ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ ਜੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵੀ ਔਰ ਵੈਲਕਮ ਵੀ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਾਡੇ ਦਰਸ਼ਕ ਹਮੇਸ਼ਾ ਇਹ ਪੁੱਛਦੇ ਨੇ ਕਿ ਅਮਰੀਕਾ ਨੇ ਕਦੋਂ ਨਾਰਮਲ ਹੋਣਾ, ਕਦੋਂ ਅਪਾਇੰਟਮੈਂਟਸ ਦੇਣੀਆਂ ਸ਼ੁਰੂ ਕਰਨੀਆਂ ਨੇ, ਕਿਉਂਕਿ ਬੜਾ ਬੈਕਲੌਗ ਇਕੱਠਾ ਹੋ ਗਿਆ ਐਪਲੀਕੇਸ਼ਨਸ ਨੂੰ ਲੈ ਕੇ। ਸਾਰੇ ਜਾਣੇ ਆਪਣੇ ਵੀਜ਼ੇ ਦੀ ਵੇਟ ਕਰਦੇ ਪਏ ਨੇ, ਸਟੂਡੈਂਟਸ ਵੀ, ਟੂਰਿਸਟ ਵੀ, ਹਰ ਪ੍ਰਕਾਰ ਦਾ ਵੀਜ਼ਾ ਵੇਟ ਹੋ ਰਹੀ ਆ। ਸੋ ਦੱਸੋ ਇਹ ਕਦੋਂ ਤੱਕ ਨਾਰਮਲ ਹੋਣ ਵਾਲਾ ਹੈ? ਸੰਜੀਵ ਜੀ ਅਸੀਂ ਕਾਫੀ ਸ਼ੋਜ਼ ਤੋਂ ਲਗਾਤਾਰ ਗੱਲਬਾਤ ਕਰਦੇ ਸੀ ਕਿ ਅਪ੍ਰੈਲ ਦੇ ਵਿੱਚ ਦੇ ਗੋਇੰਗ ਟੂ ਅਨਾਉਂਸ ਸਮਥਿੰਗ। ਅਪ੍ਰੈਲ ਦੇ ਵਿੱਚ ਕੁਝ ਨਵੀਆਂ ਅਪਡੇਟਸ ਆਉਣਗੀਆਂ। ਅਪ੍ਰੈਲ 'ਚ ਕਾਫੀ ਚੀਜ਼ਾਂ ਦਾ ਖੁਲਾਸਾ ਹੋਏਗਾ। ਫਾਈਨਲੀ ਅਪਾਇੰਟਮੈਂਟਸ ਨੂੰ ਲੈ ਕੇ ਬਹੁਤ ਜ਼ਿਆਦਾ ਲਾਈਕ ਤੁਹਾਡੇ ਕੋਲ ਚੰਗੀਆਂ ਸੋਹਣੀਆਂ ਖਬਰਾਂ ਨਹੀਂ ਹੈਗੀਆਂ, ਬਟ ਸਿਸਟਮ ਨੂੰ ਲੈ ਕੇ ਕਾਫੀ ਹੈ ਕਿ ਸਿਸਟਮ ਨਵਾਂ ਅਪਡੇਟ ਕੀਤਾ ਉਹਨਾਂ ਨੇ ਔਰ ਨਵੇਂ ਜਿਹੜੇ ਸੌਫਟਵੇਅਰ ਆ ਉਹ ਲਾਈਕ ਉਹਨਾਂ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਕਿਸ ਤਰੀਕੇ ਦੀਆਂ ਅਪਾਇੰਟਮੈਂਟਸ ਦੇਣੀਆਂ ਹੈ। ਔਰ ਇਹਦੇ ਵਿੱਚ ਸਟੂਡੈਂਟਸ ਲਈ ਥੋੜੀ ਬਹੁਤ ਇੱਕ ਨਿਰਾਸ਼ਾ ਵਾਲੀ ਚੀਜ਼ ਵੀ ਹੈ ਕਿ ਸਟੂਡੈਂਟਸ ਜਿੰਨੀਆਂ ਵੀ ਅਪਾਇੰਟਮੈਂਟਸ ਲਗਾਤਾਰ ਮਿਲਦੀਆਂ ਸੀਗੀਆਂ ਉਹਦੇ 'ਚ ਜਿਹੜੇ ਨਵੇਂ ਸਟੂਡੈਂਟਸ ਆ ਉਹਨਾਂ ਲਈ ਇਟਸ ਆਲ ਗੁੱਡ। ਸੋ ਨਵੇਂ ਸਟੂਡੈਂਟਸ ਲਈ ਸਭ ਕੁਝ ਚੰਗਾ ਹੈ, ਬਟ ਜਿਹੜੇ ਮਲਟੀਪਲ ਟਾਈਮ ਰਿਫਿਊਜ਼ਲ ਹੋਏ ਪਏ ਜਾਂ ਜਿਹੜੇ ਇੱਕ ਵਾਰੀ ਰਿਫਿਊਜ਼ ਹੋਇਆ ਪਿਆ ਸਟੂਡੈਂਟ ਆ ਉਹ ਦੁਬਾਰਾ ਅਗਰ ਅੰਬੈਸੀ ਜਾਣਾ ਚਾਹੁੰਦੇ ਤਾਂ ਉਹਦੇ ਲਈ ਦਿੱਕਤ ਹੈ ਇਸ ਟਾਈਮ। ਓਕੇ, ਬਿਕੋਜ਼ US ਅੰਬੈਸੀ ਨੇ ਆਪਣੀ ਰਿਪੋਰਟ ਦੇ ਵਿੱਚ ਲੱਭਿਆ ਹੈ ਪਿਛਲੇ ਸਾਲ ਜਦੋਂ ਬਾਕੀ ਸਾਰੀ ਤਮਾਮ ਅੰਬੈਸੀਜ਼ ਬੰਦ ਸੀ, ਇਕੱਲਾ US ਅੰਬੈਸੀ ਖੁੱਲੀ ਸੀ। ਔਰ ਜਦੋਂ ਇਹ ਕੌਂਸੂਲੇਟ ਓਪਨ ਸੀ ਜੁਲਾਈ 'ਚ ਆਈ ਗੈਸ ਦੇ ਓਪਨਡ ਅਪ, ਜੁਲਾਈ 21 ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ। ਔਰ ਜਦੋਂ ਇਹ ਖੁੱਲਿਆ ਸਾਰੇ ਪਾਸੇ ਅਨਾਊਂਸਮੈਂਟਸ ਇੱਕਦਮ ਸੀਗੀਆਂ ਕਿ US ਵੀਜ਼ਾਸ ਦੇ ਰਹੇ ਆ ਔਰ ਬਾਕੀ ਕੋਈ ਕੰਟਰੀ ਵੀਜ਼ਾ ਨਹੀਂ ਦੇ ਰਿਹਾ। ਇੱਕਦਮ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਨੇ, ਸਪੈਸ਼ਲੀ ਇੰਡੀਆ ਦੀ ਗੱਲ ਹੈ, ਸਪੈਸ਼ਲੀ ਇੰਡੀਅਨ ਸਟੂਡੈਂਟਸ ਨੇ ਬਹੁਤ ਸਾਰੇ ਸਟੂਡੈਂਟਸ ਨੇ ਅਪਲਾਈ ਕੀਤਾ ਔਰ ਉਹਦੇ ਨਾਲ ਈਵਨ US ਦਾ ਸਿਸਟਮ ਵੀ ਕ੍ਰੈਸ਼ ਹੋਇਆ। ਓਕੇ, ਸੋ ਅਗੇਨ ਬਹੁਤ ਸਾਰੇ ਸਲੋਟਸ ਬੁੱਕ ਕੀਤੇ ਸਟੂਡੈਂਟਸ ਨੇ, ਬਹੁਤ ਸਾਰੀਆਂ ਅਪਾਇੰਟਮੈਂਟਸ ਚੱਕੀਆਂ ਔਰ ਮਾਰਕੀਟਿੰਗ ਕੁਛ ਇੱਦਾਂ ਦੀ ਹੋਈ ਕੁਛ ਏਜੰਟਸ ਵੱਲੋਂ ਕਿ ਅਮਰੀਕਾ ਪਹਿਲੀ ਵਾਰੀ ਵੀਜ਼ਾ ਨਹੀਂ ਦਿੰਦਾ, 2-4 ਵਾਰੀ ਅੰਬੈਸੀ ਜਾਓ ਤੇ ਫਿਰ ਵੀਜ਼ਾ ਦਿੰਦਾ ਹੈ। ਸੋ ਸਟੂਡੈਂਟਸ ਅੰਬੈਸੀ ਜਾ ਰਹੇ ਸੀ, ਆ ਰਹੇ ਸੀ, ਫਿਰ ਬਾਰ-ਬਾਰ ਜਾ ਰਹੇ ਸੀ। ਸੋ ਰਿਪੀਟ ਹੋ ਰਹੀ ਸੀ ਇੱਕ ਚੀਜ਼। ਸੋ ਅੰਬੈਸੀ ਨੇ ਆਪਣੇ ਐਨਾਲਿਸਿਸ ਵਿੱਚ ਲੱਭਿਆ ਕਿ ਜਿਹੜੇ ਸਟੂਡੈਂਟਸ ਅਪਲਾਈ ਕਰ ਰਹੇ ਸੀ ਉਸ ਸਮੇਂ ਦੇ ਵਿੱਚ ਉਹਦੇ ਵਿੱਚੋਂ ਬਹੁਤੇ ਜਿਹੜੇ ਸਟੂਡੈਂਟਸ ਆ ਉਹ ਜੈਨੂਇਨ ਸਟੂਡੈਂਟ ਨਹੀਂ ਹੈਗੇ ਸੀ। ਓਕੇ, ਮੀਨਸ ਉਹਨਾਂ ਨੂੰ ਆਪਣੀ ਚਾਹੇ ਅਕੈਡਮਿਕਸ ਦਾ ਨਹੀਂ ਪਤਾ, ਚਾਹੇ ਪ੍ਰੋਗਰੈਸ਼ਨ ਦਾ ਨਹੀਂ ਪਤਾ, ਚਾਹੇ ਕੀ ਪੜ੍ਹਿਆ ਉਹਦੇ ਬਾਰੇ ਨਹੀਂ ਪਤਾ, ਜਾਂ ਕਿਹੜੀ ਯੂਨੀਵਰਸਿਟੀ ਬਾਰੇ ਜਾਣਕਾਰੀ ਹੈ। ਸੋ ਇਹ ਤਮਾਮ ਜਾਣਕਾਰੀਆਂ ਉਹਨਾਂ ਕੋਲ ਨਹੀਂ ਸੀਗੀਆਂ। ਸੋ ਬਹੁਤ ਸਾਰੀਆਂ ਈਵਨ ਅੰਬੈਸੀ ਨੂੰ ਨਿਰਾਸ਼ਾ ਹੋਈ ਕਿ ਅਸੀਂ ਕੋਵਿਡ ਦੇ ਸਮੇਂ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਵੀ ਆਰ ਟੇਕਨ ਫॉर ਗ੍ਰਾਂਟਡ ਕਿ ਸਾਨੂੰ ਮਤਲਬ ਬਾਰ-ਬਾਰ ਸਟੂਡੈਂਟਸ ਜਿਹੜੇ ਆ ਲਾਈਕ ਚੰਗੇ ਸਟੂਡੈਂਟਸ ਨਹੀਂ ਆ ਉਹ ਬਾਰ-ਬਾਰ ਆ ਕੇ ਤੰਗ ਕਰ ਰਹੇ ਆ। ਸੋ ਦਿਸ ਈਅਰ ਦੇ ਹੈਵ ਕਮ ਅਪ ਵਿਦ ਅ ਫਾਰਮੂਲਾ ਕਿ ਜਿਹੜਾ ਸਟੂਡੈਂਟ ਇੱਕ ਵਾਰੀ ਰਿਫਿਊਜ਼ ਹੋਇਆ ਆ ਉਹਨੂੰ ਦੁਬਾਰਾ ਇਸ ਸਾਲ ਦੇ ਵਿੱਚ ਸੀਟ ਮਿਲਣੀ, ਅਪਾਇੰਟਮੈਂਟ ਮਿਲਣੀ ਮੁਸ਼ਕਲ ਹੈ। ਓਕੇ, ਸੋ ਇਹਦੇ 'ਚ ਇੱਕ ਨਵਾਂ ਸ਼ੁਰੂਆਤੀ ਵਿੱਚ ਇੱਕ ਕੁਐਸਚਨ ਐਡ ਕੀਤਾ ਕਿ ਤੁਹਾਡੀ ਜਿਹੜੀ ਰਿਫਿਊਜ਼ਲ ਹੈ ਉਹ ਪਿਛਲੇ 12 ਮਹੀਨਿਆਂ ਦੇ ਦੌਰਾਨ ਹੋਈ ਹੈ। ਸੋ ਅਗਰ ਤੁਸੀਂ ਟਿਕ ਕਰਦੇ ਹੋ ਤਾਂ ਯਕੀਨ ਮੰਨੋ ਤੁਹਾਡਾ ਅਪਾਇੰਟਮੈਂਟਸ ਵਾਲੇ ਪਾਸੇ ਨੂੰ ਰਸਤਾ ਹੀ ਬੰਦ ਹੋ ਜਾਣਾ ਹੈ। ਸੋ ਜਿਹੜੇ ਸਟੂਡੈਂਟਸ ਬਾਰ-ਬਾਰ ਅਪਲਾਈ ਕਰਦੇ ਸੀ, ਜਿਹੜੇ ਏਜੰਟਸ ਕੁਝ ਇਸ ਤਰੀਕੇ ਨਾਲ ਗਾਈਡ ਕਰਦੇ ਸੀ ਕਿ ਤੁਸੀਂ ਅੰਬੈਸੀ ਬਾਰ-ਬਾਰ ਜਾਓਗੇ ਤਾਂ ਵੀਜ਼ਾ ਤਾਂ ਮਿਲਣਾ, ਬਿਕੋਜ਼ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਪਲੇਟਫਾਰਮ ਦੇ ਉੱਪਰ ਖੋਲ ਕੇ ਕੋਈ ਸਾਲ ਕੁ ਪੁਰਾਣੇ ਕਮਰਸ਼ੀਅਲਸ ਵੇਖੋਗੇ ਜਿਹੜੀਆਂ ਕੁਝ ਏਜੰਸੀਜ਼ ਵੱਲੋਂ, ਤੇ ਬਾਰ-ਬਾਰ ਇਹੀ ਇੱਕੋ ਗੱਲ ਹੀ ਕਹੀ ਗਈ ਕਿ ਅਮਰੀਕਾ ਇੱਕ ਵਾਰੀ ਤਾਂ ਵੀਜ਼ਾ ਦਿੰਦਾ ਹੀ ਨਹੀਂ ਜੀ, 3-4 ਵਾਰੀ ਤੁਹਾਨੂੰ ਅੰਬੈਸੀ ਜਾਣਾ ਪਊਗਾ ਤੇ ਫਿਰ ਜਾ ਕੇ ਵੀਜ਼ਾ ਮਿਲਣਾ। ਐਂਡ ਕੁਝ ਏਜੰਸੀਜ਼ ਦੇ ਉਹਨਾਂ ਨੇ ਫਾਰਮੂਲਾ ਬਣਾਇਆ ਸੀ ਕਿ 3 ਅੰਬੈਸੀ ਦੀਆਂ ਫੀਸਾਂ ਇਕੱਠੀਆਂ ਇਨਕਲੂਡ ਕਰਕੇ ਹੀ ਤੁਹਾਨੂੰ ਅਪਲਾਈ ਕਰਾਉਂਦੇ ਸੀ, ਚਾਹੇ ਤੁਹਾਡਾ ਵੀਜ਼ਾ ਪਹਿਲੀ ਵਾਰੀ 'ਚ ਵੀ ਆ ਜਾਏ। ਔਰ ਅਸੀਂ ਕਦੀ ਇਸ ਗੱਲ ਨਾਲ ਇਤਫਾਕ ਨਹੀਂ ਰੱਖਿਆ। ਆਲਵੇਜ਼ ਸੇ ਕਿ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਆਉਣਾ ਫਸਟ ਟਾਈਮ ਦੇ ਵਿੱਚ ਆ ਜਾਂਦਾ, ਗੋ ਪ੍ਰੀਪੇਅਰਡ, ਬਹੁਤ ਆਸਾਨ ਵੀਜ਼ਾ ਆ। ਅਗਰ ਤੁਸੀਂ ਮਲਟੀਪਲ ਟਾਈਮਸ ਬਿਨਾਂ ਪ੍ਰੈਪਰੇਸ਼ਨ ਤੋਂ ਜਾ ਰਹੇ ਹੋ ਕੋਈ ਫਾਇਦਾ ਨਹੀਂ ਹੈਗਾ। ਤੁਸੀਂ ਸਿੰਗਲ ਟਾਈਮ ਜਾਓ, ਪ੍ਰੀਪੇਅਰ ਕਰਕੇ ਜਾਓ, ਤੁਹਾਨੂੰ ਐਗਜ਼ੈਕਟਲੀ ਪਤਾ ਕਿ ਵੀਜ਼ਾ ਆਫਿਸਰ ਨੇ ਕੀ ਕਰਨਾ, ਕੀ ਸੁਣਨਾ, ਤੁਸੀਂ ਕੀ ਸੁਣਾਉਣਾ। ਅਗਰ ਤੁਹਾਡੇ ਕੋਲ ਕਲੈਰਿਟੀ ਹੈਗੀ ਫਿਰ ਇਹ ਵੀਜ਼ਾ ਸੌਖਾ ਆ। ਓਕੇ, ਔਰ ਪਿਛਲੇ ਸਾਲ ਦੇ ਅੰਕੜੇ ਵਿੱਚ 62,000 ਵੀਜ਼ਾਸ ਗ੍ਰਾਂਟ ਕੀਤੇ US ਅੰਬੈਸੀ ਨੇ। ਹਾਲਾਂਕਿ ਕੋਵਿਡ ਦੇ ਸਮੇਂ ਦੇ ਵਿੱਚ ਵੀ ਜਦੋਂ ਬਹੁਤ ਸਾਰਾ ਕੁਝ ਓਪਨ ਅਪ ਨਹੀਂ ਸੀਗਾ, 62,000 ਦੇ ਵਿੱਚੋਂ 55,000 ਵੀਜ਼ੇ ਸਿਰਫ ਤੇ ਸਿਰਫ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ, ਲਗਭਗ 2 ਮਹੀਨਿਆਂ ਦੇ ਵਿੱਚ ਹੀ ਗ੍ਰਾਂਟ ਹੋਏ। ਸੋ ਜਿਹੜੀ ਅਸੀਂ ਅਗਰ ਅੰਬੈਸੀ ਦੀ ਐਫੀਸ਼ੀਐਂਸੀ ਦੇ ਉੱਪਰ ਗੱਲ ਕਰੀਏ ਤਾਂ ਬਹੁਤ ਵੱਡਾ ਨੰਬਰ ਇਹਨਾਂ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਵੀਜ਼ਾਸ ਨੂੰ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ। ਬਟ ਇਸ ਸਾਲ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਸ ਆ ਉਹ ਸਟੂਡੈਂਟਸ ਨੂੰ ਸਿਲੈਕਟਿਵ ਮਿਲਦੀਆਂ ਨੇ। ਇਸ ਟਾਈਮ ਜਿਹੜੀਆਂ ਨਾਰਮਲ ਜੈਨੂਇਨ ਸਟੂਡੈਂਟਸ ਆ ਉਹਨਾਂ ਨੂੰ ਮਈ ਜੂਨ ਦੀਆਂ ਅਪਾਇੰਟਮੈਂਟਸ ਅਵੇਲੇਬਲ ਨੇ।
ਸੋ ਜਿਹੜੇ ਰਿਪੀਟ ਵਾਲੇ ਸਟੂਡੈਂਟਸ ਆ ਉਹਨਾਂ ਲਈ ਇਹ ਸਾਲ ਹਾਲੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਏਗਾ ਬਿਕੋਜ਼ ਇੱਕਦਮ ਸਿਸਟਮ ਉਹਨਾਂ ਨੂੰ ਅਲਾਉ ਨਹੀਂ ਕਰੇਗਾ ਐਂਟਰ ਹੋਣ ਲਈ। ਸੋ ਥੋੜੀ ਪੇਸ਼ੈਂਸ ਰੱਖਣੀ ਪਏਗੀ ਤਾਂ ਜਾ ਕੇ ਸਭ ਦੀ ਕਲੈਰਿਟੀ ਮਿਲੇਗੀ। ਨਾਲ ਦੀ ਨਾਲ ਬਿਲਕੁਲ ਚੁਕੰਨੇ ਹੋਣਾ ਪਏਗਾ ਤੁਹਾਨੂੰ ਸਾਰਿਆਂ ਨੂੰ ਕਿ ਕਿਤੇ ਕੋਈ ਗਲਤੀ ਨਾ ਹੋਵੇ, ਕਿਉਂਕਿ ਇਸ ਵਕਤ ਕੰਟਰੀ ਬਿਲਕੁਲ ਅਲਰਟ ਹੈ, ਸਿਸਟਮ ਬਿਲਕੁਲ ਅਲਰਟ ਹੈ, ਕਿਉਂਕਿ ਅਪਡੇਟ ਕੀਤਾ ਗਿਆ। ਇਸ ਕਰਕੇ ਜੇ ਸਿਸਟਮ ਬਿਲਕੁਲ ਅਲਰਟ ਹੈ ਤੁਹਾਨੂੰ ਵੀ ਅਲਰਟ ਹੋ ਕੇ ਚੱਲਣਾ ਪਏਗਾ, ਕਿਤੇ ਕੋਈ ਗਲਤੀ ਨਾ ਹੋ ਜਾਏ। ਇੱਕ ਇਹਦੇ 'ਚ ਚੀਜ਼ ਹੋਰ ਸੀ ਲਾਸਟ ਈਅਰ ਕਿ ਜਿਹੜੇ ਸਟੂਡੈਂਟਸ ਬਾਰ-ਬਾਰ ਅਪਾਇੰਟਮੈਂਟਸ ਸ਼ਡਿਊਲ ਵੀ ਕਰ ਰਹੇ ਸੀਗੇ, ਉਹਨਾਂ ਵਿੱਚੋਂ ਹੀ ਬਹੁਤੇ ਸਟੂਡੈਂਟ ਅੰਬੈਸੀ ਤੱਕ ਵੀ ਨਹੀਂ ਪਹੁੰਚ ਪਾ ਰਹੇ ਸੀ। ਓਕੇ। ਸੋ ਕਈ ਸਟੂਡੈਂਟਸ ਨੇ ਆਪਣੀਆਂ ਅਪਾਇੰਟਮੈਂਟਸ ਲੈ ਕੇ ਵੀ ਸਕਿਪ ਕੀਤੀਆਂ। ਸੋ ਜਦੋਂ ਤੁਸੀਂ ਟਫ ਟਾਈਮ ਦੇ ਵਿੱਚ ਜੋ ਤੁਸੀਂ ਕੰਮ ਕਰਦੇ ਹੋ ਤੇ ਯੈਸ ਉਦੋਂ ਇਫ ਸਮਬਡੀ ਡਸਨਟ ਸ਼ੋ ਅਪ ਤੇ ਤੁਹਾਡਾ ਖੁਦ ਦਾ ਵੀ ਜਿਹੜਾ ਹਾਰਟ ਹੈ ਉਹ ਮਤਲਬ ਲੂਜ਼ ਹੁੰਦਾ ਆ। ਸੋ ਕੁਛ ਇਦਾਂ ਦਾ ਹੀ ਅੰਬੈਸੀ ਦੇ ਵਿੱਚ, ਔਰ ਅੰਬੈਸੀ ਨੇ ਆਪਣੇ ਬੜੀ ਵਾਰੀ ਆਪਣੀ ਲਾਈਕ ਜਿਹੜੀਆਂ ਲਾਸਟ 2-4 ਲਾਈਕ ਜਿਹੜੀਆਂ ਦਿਨਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਖੁਲਾਸਾ ਇੱਕ ਕੀਤਾ ਕਿ ਜਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਬਿਜ਼ਨੈਸਸ ਨੂੰ ਇੱਕਦਮ ਰਿਵਾਈਵ ਹੋਣ ਨੂੰ ਸਮਾਂ ਲੱਗਾ ਆ, ਸੇਮ 100% ਕੈਪੈਸਿਟੀ ਦੇ ਉੱਪਰ ਯੂਐਸ ਅੰਬੈਸੀ ਆਉਂਦਿਆਂ ਵੀ ਥੋੜਾ ਜਿਹਾ ਸਮਾਂ ਲੱਗੇਗਾ। ਐਂਡ ਉਹਨਾਂ ਨੇ ਇਸ ਸਾਲ ਦੇ ਐਂਡ ਤੱਕ ਆਪਣੇ ਆਪ ਨੂੰ ਬਿਲਕੁਲ ਹਰ ਇੱਕ ਚੀਜ਼ ਲਈ ਰੈਡੀ ਦੱਸਿਆ ਕਿ ਯੈਸ ਇੱਕ ਸਾਲ ਬਾਅਦ ਅਸੀਂ ਆਲਮੋਸਟ ਸਭ ਚੀਜ਼ਾਂ ਲਈ ਰੈਡੀ ਹੋ ਜਾਵਾਂਗੇ ਬਿਕਾਜ਼ ਵੀ ਆਰ ਕਮਿੰਗ ਅਪ ਵਿਦ ਨਿਊ ਸਿਸਟਮਸ। ਔਰ ਇਸ ਸਭ ਦੇ ਵਿੱਚ ਵੀ ਜਿਹੜੀਆਂ ਅੰਬੈਸੀ ਆਪਣੇ ਨਾਰਮਲ ਵਰਕਿੰਗ ਦੇ ਉੱਪਰ ਇਸ ਟਾਈਮ ਦੇ ਵਿੱਚ ਜਿਹੜੀ ਅੰਬੈਸੀ ਦੀ ਕੈਪੈਸਿਟੀ ਆ ਉਹ 2/3 ਤਕਰੀਬਨ ਵੀਜ਼ਾਸ ਪ੍ਰੋਸੈਸ ਕਰ ਰਹੇ ਆ, ਜੋ ਲਾਈਕ ਪ੍ਰੀ ਕੋਵਿਡ ਦਾ ਸਮਾਂ ਸੀਗਾ। ਸੋ ਅਗਰ ਲੱਖ ਵੀਜ਼ਾ ਦੇ ਰਹੀ ਸੀ ਤਾਂ ਇਸ ਟਾਈਮ ਤੁਸੀਂ ਵੇਖ ਲਓ ਵੀ 60-65 ਹਜ਼ਾਰ ਰੁਪਏ ਜਿਹੜਾ ਵੀਜ਼ਾ ਹੈ ਉਹ ਦਿੱਤਾ ਜਾ ਰਿਹਾ ਹੈ। ਸੋ 2/3 ਕੈਪੈਸਿਟੀ ਦੇ ਉੱਪਰ ਅੰਬੈਸੀ ਇਸ ਸਮੇਂ ਦੇ ਵਿੱਚ ਕੰਮ ਕਰ ਰਹੀ ਹੈ, ਔਰ 100% ਜਿਹੜੀ ਐਫੀਸ਼ੀਐਂਸੀ ਹੈ ਇਸ ਅੰਬੈਸੀ ਦੀ ਉਹ ਅਸੀਂ ਵੇਖਾਂਗੇ ਇਸ ਸਾਲ ਦੇ ਐਂਡ ਤੱਕ ਜਾ ਕੇ 100% ਐਫੀਸ਼ੀਐਂਸੀ ਦੇ ਉੱਪਰ ਆ ਜਾਏਗੀ। ਸੋ ਉਮੀਦ ਕਰਦੇ ਹਾਂ ਕਿ ਜਿੰਨੀਆਂ ਐਪਲੀਕੇਸ਼ਨਸ ਦਾ ਬੈਕਲੌਗ ਆ, ਬਿਕਾਜ਼ ਯੂਐਸ ਦਾ ਬੈਕਲੌਗ ਕਾਫੀ ਹਿਊਜ ਹੁੰਦਾ, ਔਰ ਇੱਕ ਚੀਜ਼ ਅਸੀਂ ਵੇਖੀ ਹੈ ਕਿ ਅਗਰ ਬੈਕਲੌਗ ਹਿਊਜ ਹੁੰਦਾ ਤੇ ਇਹ ਕੱਢਦੇ ਵੀ ਮਿੰਟੋ ਮਿੰਟ ਹੀ ਹੈ। ਓਕੇ। ਸੋ ਅਗਰ ਅਸੀਂ ਗੱਲ ਕਰ ਰਹੇ ਹਾਂ ਕਿ ਅਗਰ 2 ਮਹੀਨਿਆਂ ਦੇ ਵਿੱਚ ਅਗਰ ਇਹਨਾਂ ਨੇ 55,000 ਵੀਜ਼ਾ ਦਿੱਤੇ ਆ, ਉਸ ਸਮੇਂ ਦੇ ਵਿੱਚ ਵੀ ਕਮ ਸੇ ਕਮ 2 ਲੱਖ ਐਪਲੀਕੇਸ਼ਨਸ ਜ਼ਰੂਰ ਪ੍ਰੋਸੈਸ ਕੀਤੀਆਂ ਹੋਣਗੀਆਂ। ਸੋ ਇੱਕ ਵੱਡਾ ਨੰਬਰ ਹੈ ਜਿਹੜਾ ਐਪਲੀਕੇਸ਼ਨਸ ਦਾ ਕੁਇਕਲੀ ਪ੍ਰੋਸੈਸ ਕਰ ਜਾਂਦੇ ਆ। ਸੋ ਇਸ ਕਰਕੇ ਜਿਹੜੇ ਲੰਬੇ ਚੌੜੇ ਬੈਕਲੌਗ ਇੱਥੇ ਲੱਗਣ ਵਾਲੇ ਨਹੀਂ ਆ, ਬਿਕਾਜ਼ ਇਸ ਸਮੇਂ ਜਿਹੜੀ ਇਮੀਗ੍ਰੇਸ਼ਨ ਕਾਫੀ ਅਲੱਗ-ਅਲੱਗ ਸਟੇਜਸ ਵਿੱਚੋਂ ਲੰਘ ਰਿਹਾ। ਤੁਸੀਂ ਉੱਥੇ ਵੀ ਅਗਰ ਜਿਹੜੀਆਂ H4 ਦੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਵੀ ਵਰਕਿੰਗ ਰਾਈਟਸ ਦਿੱਤੇ ਜਾ ਰਹੇ ਆ। ਸੋ ਪਹਿਲਾਂ ਉਹਨਾਂ ਨੂੰ ਵਰਕਿੰਗ ਰਾਈਟਸ ਨਹੀਂ ਹੁੰਦੇ ਸੀ। ਸੋ ਇਸ ਤਰੀਕੇ ਨਾਲ ਹੀ F2 ਦੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਵਰਕਿੰਗ ਰਾਈਟਸ ਨਹੀਂ ਹੁੰਦੇ। ਹੋ ਸਕਦਾ ਫਿਊਚਰ 'ਚ ਤੁਹਾਨੂੰ ਉਹਦੇ ਬਾਰੇ ਵੀ ਕੁਝ ਬਿੱਲ ਸੁਣਨ ਨੂੰ ਮਿਲੇ। ਸੋ ਇਸ ਸਮੇਂ ਟਰਾਂਸਫਾਰਮੇਸ਼ਨ ਦਾ ਸਮਾਂ ਹੈ। ਸੋ ਹਰ ਇੱਕ ਚੀਜ਼ ਦੇ ਵਿੱਚ ਨਵੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ, ਔਰ ਸਾਡੇ ਲਾਈਕ ਜਿੰਨੇ ਵੀ ਸਪੈਕਟੇਟਰਸ ਆ ਉਹਨਾਂ ਲਈ ਬਹੁਤ ਜਲਦ ਜਿੰਨੇ ਵੀ ਹੋਰ ਨਵੀਂ ਅਪਡੇਟਸ ਹੋਣਗੀਆਂ ਉਹ ਅਸੀਂ ਤੁਹਾਡੇ ਰੂਬਰੂ ਜ਼ਰੂਰ ਕਰਦੇ ਜਾਵਾਂਗੇ। ਜੀ ਬਿਲਕੁਲ ਜ਼ਰੂਰ। ਸੋ ਅਰਵਿੰਦਰ ਜੀ, ਅਗਲਾ ਸਵਾਲ ਇਹ ਆਉਂਦਾ ਜ਼ਿਹਨ ਦੇ ਵਿੱਚ ਕਿ ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ। ਇਸ ਵਕਤ ਐਟ ਪ੍ਰੈਜ਼ੈਂਟ ਅਮਰੀਕਾ ਦੇ ਵਿੱਚ ਸਟੇਟਸ ਦੇ ਵਿੱਚ ਕਿੰਨੇ ਕੁ ਸਟੂਡੈਂਟਸ ਨੇ ਜੋ ਉੱਥੇ ਰਹਿ ਰਹੇ ਨੇ ਤੇ ਆਪਣੀ ਸਟੱਡੀਜ਼ ਕੰਟੀਨਿਊ ਕਰ ਰਹੇ ਨੇ? ਅਮਰੀਕਾ ਦੇ ਵਿੱਚ ਸਾਡੀ ਜਿਹੜੀ ਸਟੂਡੈਂਟਸ ਦਾ ਗ੍ਰਾਫ ਆ ਬੜਾ ਕੁਇਕਲੀ ਗਰੋ ਹੋਇਆ। ਅਗਰ ਅਸੀਂ ਥੋੜਾ ਪਿੱਛੇ ਜਾਈਏ, ਜਦੋਂ ਕਿ ਸਟੂਡੈਂਟਸ ਨੇ ਜਾਣਾ ਸ਼ੁਰੂ ਕੀਤਾ, ਅਗਰ ਲਾਈਕ 2007-8 ਦੀ ਬਾਅਦ ਦੀ ਗੱਲ, ਜਦੋਂ 12-13 ਤੱਕ ਆਉਂਦਿਆਂ ਜਿਹੜੇ ਸਟੂਡੈਂਟਸ ਦੀ ਤਾਦਾਦ ਸੀਗੀ ਉਹ ਲਗਭਗ 96,000 ਸਟੂਡੈਂਟ ਸੀ ਉਸ ਸਮੇਂ ਦੇ ਵਿੱਚ। ਔਰ ਇਸ ਚੀਜ਼ ਨੂੰ 18-19 ਤੱਕ ਲਗਭਗ 5 ਸਾਲ ਬਾਅਦ ਇਹ ਸਟੂਡੈਂਟ ਤਕਰੀਬਨ ਡਬਲ ਤੋਂ ਵੱਧ ਗਏ ਸੀ। ਸੋ 2 ਲੱਖ ਤੋਂ ਕਰੀਬ ਜਿਹੜੇ ਲਾਸਟ ਡਾਟਾ ਜਿਹੜਾ 2019 ਦਾ 18-19 ਦਾ ਆ, 2 ਲੱਖ ਪਲੱਸ ਸਟੂਡੈਂਟਸ ਇੰਡੀਅਨ ਨੇ ਇਸ ਸਮੇਂ ਦੇ ਵਿੱਚ। ਔਰ ਇੱਕ ਚੀਜ਼ ਚੰਗੀ ਹੈ ਕਿ ਜਿਹੜੇ ਸਾਡੇ ਇੰਡੀਅਨ ਸਟੂਡੈਂਟਸ ਆ ਇਹਨਾਂ ਦੀ ਪਰ ਕੈਪੀਟਾ ਇਨਕਮ ਇਹ ਲੋਕਲਸ ਨਾਲੋਂ ਜ਼ਿਆਦਾ ਹੁੰਦੀ ਹੈ। ਜਦੋਂ ਸਾਡੇ ਸਟੂਡੈਂਟਸ ਆ ਇਹ ਇੰਪਲੋਏਬਿਲਿਟੀ ਵੱਲ ਨੂੰ ਜਾਂਦੇ ਆ, ਇਹ ਜਿਹੜੇ ਲੋਕਲਸ ਨੇ ਉਹਨਾਂ ਤੋਂ ਇਹਨਾਂ ਦੀ ਇਨਕਮ ਆਲਮੋਸਟ ਡਬਲ ਹੁੰਦੀ ਹੈ। ਔਰ ਜਿਹੜੀ ਸਾਡੀ ਜਿਹੜੀ ਆਪਣੀ ਇੰਡੀਅਨ ਕਮਿਊਨਿਟੀ ਆ ਇਹਦੀ ਜਿਹੜੀ ਅਗਰ ਅਸੀਂ ਯੂਐਸ ਦੇ ਵਿੱਚ ਲੋਕਾਂ ਦੀ ਗੱਲਬਾਤ ਕਰੀਏ ਤੇ ਇਹਦੇ ਚੋਂ ਅਗੇਨ 2/3 ਜਿਹੜੇ ਲੋਕ ਨੇ ਉਹ ਗ੍ਰੈਜੂਏਟਸ ਨੇ। ਸੋ ਇੱਕ ਬੜੀ ਵੱਡੀ ਚੇਂਜ ਆ, ਇੱਕ ਬੜਾ ਵੱਡਾ ਇੱਕ ਸਾਡਾ ਸਮਾਜ ਹੈ ਯੂਐਸ ਦੇ ਵਿੱਚ ਕਿ ਜਿੰਨੇ ਕਿ ਸਾਡੇ ਲੋਕ ਨੇ ਉਹਨਾਂ ਚੋਂ ਮੈਕਸਿਮਮ ਗ੍ਰੈਜੂਏਟਸ ਨੇ। ਔਰ ਉਹ ਜਿੰਨੇ ਵੀ ਇੰਡੀਅਨਸ ਨੇ ਉੱਥੇ ਉਹ ਲੋਕਲਸ ਨਾਲੋਂ ਆਲਮੋਸਟ ਡਬਲ ਉਹਨਾਂ ਦੀ ਇਨਕਮ ਆ। ਸੋ ਇਹ ਇੱਕ ਸਾਡੀ ਕਮਿਊਨਿਟੀ ਨੂੰ ਉੱਥੇ ਲਾਈਕ ਯੂਐਸ ਦੇ ਵਿੱਚ ਇੱਕ ਐਸਾ ਵਿਲੱਖਣ ਜਗ੍ਹਾ ਦਿੰਦੀ ਹੈ ਕਿ ਜਿਹਦੇ ਨਾਲ ਮਾਨ ਸਨਮਾਨ ਇਸ ਕਮਿਊਨਿਟੀ ਦੇ ਨਾਲ ਹਮੇਸ਼ਾ ਤੋਂ ਜੁੜਿਆ ਆ। ਵੈਰੀ ਨਾਈਸ। ਸੋ ਅਸੀਂ ਹਮੇਸ਼ਾ ਹਰ ਥਾਂ ਦੇ ਉੱਤੇ ਆਪਣੀ ਪੋਜੀਸ਼ਨ ਬਰਕਰਾਰ ਰੱਖਦੇ ਹਾਂ ਜਿੱਥੇ ਵੀ ਦੁਨੀਆ ਦੇ ਵਿੱਚ ਹੋਈ, ਔਰ ਸਟੇਟਸ ਦੇ ਵਿੱਚ ਸਾਡੀ ਕਾਫੀ ਵਧੀਆ ਜਿਹਨੂੰ ਕਹਿ ਦਿੰਦੇ ਆ ਸੋਲਿਡ ਪੋਜੀਸ਼ਨ ਹੈ, ਕਿਉਂਕਿ USA ਦੀ ਇਕਨੋਮੀ ਦੇ ਵਿੱਚ ਵੀ ਅਸੀਂ ਇੱਕ ਵੱਡਾ ਸ਼ੇਅਰ ਪਾਉਂਦੇ ਹਾਂ। ਸਾਡੀ ਮਿਹਨਤ ਹੈ। ਤੋ ਰਵਿੰਦਰ ਜੀ, ਇਹਦੇ ਵਿੱਚੋਂ ਸਵਾਲ ਵਿੱਚੋਂ ਇੱਕ ਹੋਰ ਸਵਾਲ ਨਿਕਲਦਾ ਹੈ, ਗੱਲ ਵਿੱਚ ਇੱਕ ਹੋਰ ਗੱਲ ਨਿਕਲਦੀ ਹੈ ਕਿ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਵੀਜ਼ਾ ਵੇਵਰ, ਜੀ ਉਹਨੂੰ ਲੈ ਕੇ ਕਾਫੀ ਕਿਉਰਿਓਸਿਟੀ ਹੈ। ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਇਸ ਵਕਤ ਉਹਦਾ ਸਟੇਟਸ ਕੀ ਹੈ, ਕਿੱਥੇ ਤੱਕ ਪਹੁੰਚਿਆ ਹੈ ਉਹਦਾ ਨੈਟ ਰਿਜ਼ਲਟ?
ਵੀਜ਼ਾ ਵੇਵਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਕਿ ਤਕਰੀਬਨ ਇਹਦਾ ਜ਼ਿਆਦਾ ਬੈਨੀਫਿਟ ਯੂਰਪੀਅਨ ਕੰਟਰੀਜ਼ ਨੂੰ ਹੋਇਆ, ਤਕਰੀਬਨ ਜਿਹੜੇ ਵੀਜ਼ਾ ਵੇਵਰ ਲਿਸਟ ਦੇ ਵਿੱਚ ਹੈ। ਸੋ ਇੰਡੀਅਨਸ ਦੇ ਲਈ ਇਹਦੇ ਵਿੱਚ ਜਿਹੜੇ ਰਿਪੀਟਡ ਵੀਜ਼ਾਸ ਆ ਉਹਦੀ ਕੈਟਾਗਰੀ ਸੀ ਕਿ ਅਗਰ ਤੁਹਾਡੇ ਕੋਲ ਆਲਰੇਡੀ ਕੋਈ ਵੀਜ਼ਾ ਹੈਗਾ ਕਿਸੇ ਸਬ ਕਲਾਸ ਦੇ ਵਿੱਚ, ਆਲਰੇਡੀ ਵੀਜ਼ਾ ਗ੍ਰਾਂਟ ਹੋਇਆ ਔਰ ਉਸ ਤੋਂ ਬਾਅਦ ਤੁਹਾਡਾ ਕੋਈ ਰਿਫਿਊਜ਼ਲ ਨਹੀਂ ਹੈਗਾ ਔਰ 2008 ਤੋਂ ਬਾਅਦ ਦਾ ਵੀਜ਼ਾ ਗ੍ਰਾਂਟ ਹੋਇਆ ਹੋ ਔਰ ਉਹਦੇ ਵਿੱਚ ਤੁਸੀਂ ਵੀਜ਼ਾ ਦੁਬਾਰਾ ਪ੍ਰਾਪਤ ਕਰਨ ਲਈ ਤੁਹਾਨੂੰ ਡ੍ਰੌਪ ਬਾਕਸ ਐਪਲੀਕੇਸ਼ਨ ਹੈ। ਸੋ ਉਹਦੇ ਤੁਹਾਨੂੰ ਅਗੇਨ ਇੰਟਰਵਿਊ ਨਹੀਂ ਜਾਣਾ ਪੈਂਦਾ ਸੀ। ਸੋ ਵੀਜ਼ਾ ਵੇਵਰ ਦਾ ਐਗਜ਼ੈਕਟਲੀ ਮਤਲਬ ਇਹ ਹੈ ਕਿ ਤੁਹਾਨੂੰ ਇੰਟਰਵਿਊ ਦੇ ਉਹ ਜਿਹੜੇ ਪ੍ਰਕਿਰਿਆ ਉਸ ਦੌਰ ਤੋਂ ਤੁਹਾਨੂੰ ਬਾਰ-ਬਾਰ ਗੁਜ਼ਰਨਾ ਨਹੀਂ ਪਏਗਾ, ਰਿਪੀਟ ਨਹੀਂ ਹੋਏਗਾ। ਯੈਸ। ਸੋ ਇਹਦਾ ਜਨਰਲੀ ਲਾਈਕ ਇੰਡੀਆ ਦੇ ਵਿੱਚ ਅਗਰ ਅਸੀਂ ਵੇਖਿਆ ਕਿ ਜਿਹੜੇ ਟੂਰਿਸਟ ਐਪਲੀਕੈਂਟਸ ਨੇ, ਟੂਰਿਸਟ ਵੀਜ਼ਾ ਵਾਲੇ ਐਪਲੀਕੈਂਟਸ ਨੇ, ਉਹਨਾਂ ਨੂੰ ਇਸ ਡ੍ਰੌਪ ਬਾਕਸ ਦਾ ਫਾਇਦਾ ਹੋਇਆ ਹੈ। ਸੋ ਜਿਹੜੀਆਂ ਸਾਡੇ ਕੋਲ H1 ਜਾਂ H4 ਵਾਲੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਇਹਦੇ 'ਚ ਫਾਇਦਾ ਹੋਇਆ ਹੈ। ਸੋ ਜਿਹੜੇ ਸਟੂਡੈਂਟਸ F1 ਦੇ ਵਿੱਚ ਆਲਰੇਡੀ ਸੀ, ਜਿਹੜੇ ਪੜ੍ਹ ਰਹੇ ਸੀ, ਉਹਨਾਂ ਨੇ ਇੰਡੀਆ ਵਾਪਸ ਆਉਣਾ ਸੀ, ਵੀਜ਼ਾਸ ਐਕਸਪਾਇਰ ਹੋਏ ਜਾਂ ਆਏ ਹੋਏ ਸੀ, ਉਹਨਾਂ ਨੇ ਦੁਬਾਰਾ ਵੀਜ਼ਾਸ ਲਏ ਆ ਤੇ ਉਹਨਾਂ ਨੂੰ ਵੀ ਫਾਇਦਾ ਹੋਇਆ ਹੈ। ਬਟ ਅਗਰ ਅਸੀਂ ਜਿਹੜੀ ਕੈਟਾਗਰੀ ਸਭ ਤੋਂ ਵੱਧ ਇੰਪੋਰਟੈਂਟ ਸੀਗਾ ਕਿ ਜੋ ਉਹਨਾਂ ਨੇ ਵੀਜ਼ਾ ਵੇਵਰ ਪ੍ਰੋਗਰਾਮ ਦਾ ਜਿਹੜਾ ਬਾਈਂਡਿੰਗ ਜਿਹਨੂੰ ਅਸੀਂ ਕਹਿੰਦੇ ਕਿ ਨੀਂਹ ਪੱਥਰ ਰੱਖਿਆ, ਉਹ ਇਹ ਸੀਗਾ ਕਿ ਉਹ ਪਹਿਲਾਂ ਤੋਂ ਹੀ ਹੈ ਕਿ ਅਗਰ ਤੁਸੀਂ ਸੇਮ ਕਲਾਸ ਦੇ ਵਿੱਚ ਵੀਜ਼ਾ ਲੈਂਦੇ ਹੋ, ਲਾਈਕ ਟੂਰਿਸਟ ਵੀਜ਼ਾ ਵਰਗੀਆਂ ਐਪਲੀਕੇਸ਼ਨ ਤੁਹਾਨੂੰ ਪਹਿਲਾਂ ਤੋਂ ਹੀ ਵੇਵਰ ਆ ਜਾਂਦਾ ਹੁੰਦਾ ਸੀ। ਜਿਹੜੀਆਂ H1 ਵਾਲੀਆਂ ਐਪਲੀਕੇਸ਼ਨ ਉਹਨਾਂ 'ਚ ਵੇਵਰ ਨਹੀਂ ਹੁੰਦਾ ਸੀ, ਤੁਹਾਨੂੰ ਹਰ ਸਾਲ ਆਉਂਦਾ ਸੀ, ਹਰ ਸਾਲ ਤੁਹਾਨੂੰ ਇੰਟਰਵਿਊ 'ਚੋਂ ਨਿਕਲਣਾ ਪੈਂਦਾ ਸੀ ਬਿਕੋਜ਼ ਤੁਹਾਡੀ ਕਦੀ ਕੰਪਨੀ ਵੱਖਰੀ ਹੋ ਗਈ, ਕੋਈ ਕੰਪਨੀ ਚੇਂਜ ਹੋ ਗਈ। ਸੋ ਉਹਨਾਂ ਨੂੰ ਇਸ ਚੀਜ਼ ਤੋਂ ਹੁਣ ਫਾਇਦਾ ਮਿਲ ਗਿਆ। ਸਟੂਡੈਂਟਸ ਵਾਲੇ ਜਿਹੜੇ ਇੱਕ ਵਾਰੀ ਚੱਲ ਜਾਂਦਾ ਸੀ ਉਹਦੇ ਕੋਲ ਤਕਰੀਬਨ ਵੀਜ਼ਾ ਰਹਿੰਦਾ ਹੀ ਰਹਿੰਦਾ ਸੀਗਾ। ਸੋ ਜਿਹੜਾ ਨੇ ਨਵਾਂ ਨੀਂਹ ਪੱਥਰ ਰੱਖਿਆ ਉਹ ਇਹ ਸੀਗਾ ਕਿ ਤੁਹਾਡੇ ਕੋਲ ਕਿਸੇ ਵੀ ਕੈਟਾਗਰੀ ਵਿੱਚ ਪ੍ਰੀਵੀਅਸ ਵੀਜ਼ਾ ਹੈਗਾ ਆ ਤੇ ਤੁਹਾਨੂੰ ਇਹਦਾ ਲਾਭ ਮਿਲ ਸਕਦਾ ਹੈ, ਤੁਹਾਡਾ ਡ੍ਰੌਪ ਬਾਕਸ ਹੋ ਸਕਦਾ ਹੈ। ਬਟ ਅਨਫੋਰਚੂਨੇਟਲੀ ਇਹ ਬਹੁਤ ਸਾਰੇ ਐਪਲੀਕੈਂਟਸ ਨਾਲ ਹੋਇਆ ਨਹੀਂ ਬਿਕੋਜ਼ ਇਹ ਜਿਹੜੇ ਅਧਿਕਾਰ ਹੈ ਉਹ ਸੰਬੰਧਿਤ ਕੌਂਸੂਲੇਟਸ ਨੂੰ ਦਿੱਤੇ ਆ ਔਰ ਜਿਹੜੇ ਸਾਡੇ ਇੰਡੀਆ ਦੇ ਜਿੰਨੇ ਵੀ ਕੌਂਸੂਲੇਟਸ ਨੇ ਇਹਨਾਂ ਨੇ ਡ੍ਰੌਪ ਬਾਕਸ ਫੈਸਿਲਿਟੀਜ਼ ਇਦਾਂ ਹੀ ਅਪਰੂਵ ਨਹੀਂ ਕੀਤੀਆਂ। ਸੋ ਉਹਦੇ ਵਿੱਚ ਤੁਹਾਡੇ ਕੋਲ ਅਗਰ ਤੁਹਾਡੇ ਕੋਲ ਪ੍ਰੀਵੀਅਸ ਵੀਜ਼ਾ ਸੀ ਕੋਈ, ਤੁਹਾਡੇ ਕੋਲ ਡ੍ਰੌਪ ਬਾਕਸ ਵੀ ਹੋਇਆ ਐਪਲੀਕੇਸ਼ਨ ਹੈਗੀ ਹੈ ਔਰ ਤੁਹਾਡੀ ਐਪਲੀਕੇਸ਼ਨ ਸਪੋਜ਼ ਕਰੋ ਪਹਿਲਾਂ ਟੂਰਿਸਟ ਸੀ, ਅੱਜ ਤੁਸੀਂ ਸਟੂਡੈਂਟ ਜਾ ਰਹੇ ਹੋ ਜਾਂ ਪਹਿਲਾਂ ਤੁਹਾਡੀ ਕੈਟਾਗਰੀ ਹੋ ਕੈਟਾਗਰੀ ਸਵਿਚ ਕਰ ਰਹੇ ਹੋ। ਸੋ ਸਵਿਚਿੰਗ ਵਾਲੇ ਪੋਜੀਸ਼ਨਸ ਦੇ ਵਿੱਚ ਜਿਹੜੀਆਂ ਨੇ ਇਸ ਸਮੇਂ ਦੇ ਵਿੱਚ ਇੰਟਰਵਿਊਜ਼ ਉਹਨਾਂ ਨੂੰ ਵੀ ਕਾਲ ਕੀਤੀਆਂ ਜਾ ਰਹੀਆਂ। ਸੋ ਵੀਜ਼ਾ ਵੇਵਰ ਦੀ ਜਿਹੜੀ ਸਥਿਤੀ ਆ ਉਹ ਬਿਕੋਜ਼ ਇਹ ਜਦ ਅਸੀਂ ਲਾਸਟ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ ਕਿ ਇਹਦਾ ਬੈਨੀਫਿਟ ਬਹੁਤ ਸਾਰੇ ਇੰਡੀਅਨਸ ਨੂੰ, ਜਿੱਦਾਂ ਹੀ ਸੋਚਿਆ ਕਿ ਨਵੇਂ ਰੂਪ 'ਚ ਹੋਏਗਾ, ਨਵੇਂ ਰੂਪ 'ਚ ਤੇ ਹੋਣ ਨਹੀਂ ਵਾਲਾ ਬਿਕੋਜ਼ ਅਗਰ ਪੇਰੈਂਟਸ ਦੇ ਕੋਲ ਵੀਜ਼ਾ ਹੈਗਾ, ਕਿਤੇ ਐਕਸਪਾਇਰ ਹੋ ਗਿਆ ਸੀ, ਬੱਚੇ ਦਾ ਜੇ ਵੀਜ਼ਾ ਆਇਆ ਉਹਨੂੰ ਛੱਡਣ ਜਾਣਾ ਤਾਂ ਉਹਨਾਂ ਨੂੰ ਡ੍ਰੌਪ ਬਾਕਸ ਵੀਜ਼ਾ ਮਿਲ ਜਾਏਗਾ। ਬਟ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਤਾਂ ਮਿਲ ਨਹੀਂ ਰਿਹਾ ਔਰ ਅਗਰ ਤੁਹਾਡੀ ਕੈਟਾਗਰੀ ਸਵਿਚ ਹੋ ਰਹੀ ਹੈ, ਅਗਰ ਤੁਸੀਂ ਵੀਜ਼ਾ ਦੀ ਕੈਟਾਗਰੀ ਸਵਿਚ ਕਰ ਰਹੇ ਹੋ, ਤੁਸੀਂ ਲਾਈਕ B1 B2 ਤੋਂ F1 ਦੇ ਵਿੱਚ ਆ ਰਹੇ ਹੋ, ਫਿਰ ਤੁਹਾਨੂੰ ਇੰਟਰਵਿਊ ਲਈ ਕਾਲ ਹੈਗੀਆਂ। ਸੋ ਇਸ ਕਰਕੇ ਡ੍ਰੌਪ ਬਾਕਸ ਦਾ ਸਿੱਧਾ ਫਾਇਦਾ ਸਾਡੇ ਸਟੂਡੈਂਟਸ ਨੂੰ ਖਾਸ ਕਰਕੇ ਨਹੀਂ ਹੈਗਾ ਔਰ ਹਾਲੇ ਲਾਈਕ ਬਹੁਤ ਸਾਰੀਆਂ ਹਾਲੇ ਨਵੀਆਂ ਜਿਹੜੀਆਂ ਅਪਡੇਟਸ ਆਉਣਗੀਆਂ ਤੁਹਾਨੂੰ ਇਹਦੇ ਬਾਰੇ। ਔਰ ਇਸ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੈ ਇਹ ਕੀਤਾ ਇਸ ਸਾਲ ਹੈ ਬਟ ਇਹ ਇਸ ਸਾਲ ਦੇ ਐਂਡ ਤੱਕ ਚੱਲਣਾ ਹੈ, ਦਸੰਬਰ 2022 ਤੱਕ ਚੱਲਣਾ ਹੈ। ਸੋ ਹੋ ਸਕਦਾ ਕਿਸੇ ਵੀ ਸਮੇਂ ਦੇ ਵਿੱਚ ਕੋਈ ਇਦਾਂ ਦਾ ਸਮਾਂ ਫਿਰ ਆਵੇ ਕਿ ਜਿੱਥੇ ਵੀਜ਼ਾ ਵੇਵਰ ਨੂੰ ਅਪਰੂਵਲ ਦੇਣੇ ਸ਼ੁਰੂ ਕਰ ਦੇਣ। ਸੋ ਐਜ਼ ਆਫ ਨਾਓ, ਐਜ਼ ਆਫ ਟੁਡੇ ਇਹ ਨਹੀਂ ਹੈਗਾ। ਸੋ ਇਸੇ ਤਰੀਕੇ ਨਾਲ ਇਹ ਅਨਾਉਂਸਮੈਂਟ ਦੀ ਲਾਸਟ ਈਅਰ ਹੋਈ ਸੀ ਬਟ ਉਦੋਂ ਵੀ ਇੰਸਟੈਂਟਲੀ ਇੱਥੇ ਲਾਗੂ ਨਹੀਂ ਹੋਇਆ ਸੀਗਾ। ਸੋ ਸਾਡੇ ਜਿਹੜੇ ਲਾਗੂ ਹੋਇਆ ਕਾਫੀ ਦੇਰ ਬਾਅਦ ਹੋਇਆ, ਇੰਪਲੀਮੈਂਟੇਸ਼ਨ ਸਾਡੀ ਲੇਟ ਹੋਈ ਹੈ ਔਰ ਅਗੇਨ ਜਿਹੜਾ ਇਹਦੀ ਹੁਣ ਐਗਜ਼ੀਕਿਊਸ਼ਨ ਇਸ ਦਸੰਬਰ ਤੱਕ ਹੈ। ਆਈ ਸਟਿਲ ਬਲੀਵ ਕਿ ਵਿੱਚ ਕਿਤੇ ਨਾ ਕਿਤੇ ਕੋਈ ਸਮਾਂ ਆਏਗਾ, ਅਗੇਨ ਡ੍ਰੌਪ ਬਾਕਸ ਐਪਲੀਕੇਸ਼ਨ ਦਾ ਦੌਰ ਆਏਗਾ, ਫਿਰ ਉਹਨਾਂ ਨੂੰ ਸਾਡੇ ਜਿਹੜੀਆਂ ਐਪਲੀਕੈਂਟਸ ਨੇ ਉਹਨਾਂ ਨੂੰ ਹੋਰ ਇਹਦਾ ਫਾਇਦਾ ਮਿਲੇਗਾ, ਫਿਰ ਬੈਕ ਔਨ ਟਰੈਕਸ ਹੋ ਜਾਏਗਾ ਸਭ ਕੁਝ ਆਬਵੀਅਸਲੀ ਬਿਕਾਜ਼ ਅੰਬੈਸੀ ਨੇ ਖੁਦ ਕਿਹਾ ਕਿ ਇਸ ਸਾਲ ਦੇ ਐਂਡ ਤੱਕ ਉਹਨਾਂ ਕੋਲ ਬਹੁਤ ਅਪਡੇਸ਼ਨਸ ਨੇ, ਬਹੁਤ ਲਾਈਕ ਜਿਹੜਾ ਉਹਨਾਂ ਨੇ 100% ਕੈਪੈਸਿਟੀ ਦੇ ਉੱਪਰ ਆ ਜਾਣਾ ਔਰ ਜਿਸ ਤਰੀਕੇ ਨਾਲ ਪ੍ਰੀ ਕੋਵਿਡ ਜਿਸ ਤਰੀਕੇ ਨਾਲ ਅੰਬੈਸੀ ਕੰਮ ਕਰਦੇ ਸੀ ਐਗਜ਼ੈਕਟਲੀ ਉਸ ਤਰੀਕੇ ਨਾਲ ਅੰਬੈਸੀ ਦਾ ਤੁਸੀਂ ਦੁਬਾਰਾ ਬਿਹੇਵੀਅਰ ਦੇਖਣ ਨੂੰ ਮਿਲੋਗੇ ਬਿਕਾਜ਼ ਆਫਟਰ ਆਲ ਇਟਸ ਬਿਜ਼ਨਸ। ਸੋ ਆਬਵੀਅਸਲੀ ਇਹ ਵਰਡ ਯੂਜ਼ ਕੀਤਾ ਅੰਬੈਸੀ ਨੇ, ਇਹ ਵਰਡ ਯੂਜ਼ ਕੀਤਾ ਕਿ ਜਿੱਦਾਂ ਹਰ ਬਿਜ਼ਨਸ ਨੂੰ ਸੈਟਅਪ ਹੁੰਦੇ ਆ ਕੋਵਿਡ ਤੋਂ ਬਾਅਦ ਥੋੜਾ ਸਮਾਂ ਲੱਗਦਾ ਹੈ, ਅਸੀਂ ਵੀ ਉਸੇ ਟ੍ਰਾਂਜੀਸ਼ਨ ਪੀਰੀਅਡ ਚੋਂ ਗੁਜ਼ਰ ਰਹੇ ਹਾਂ। ਸੋ ਜਿਸ ਤਰੀਕੇ ਨਾਲ ਬਿਜ਼ਨਸ ਸੈਟਅਪ ਹੋਣ ਨੂੰ ਸਮਾਂ ਲੱਗ ਰਿਹਾ, ਇਸੇ ਤਰੀਕੇ ਨਾਲ ਅੰਬੈਸੀ ਨੂੰ ਵੀ ਸੈਟਅਪ ਹੋਣ 'ਚ ਸਮਾਂ ਲੱਗ ਰਿਹਾ ਹੈ। ਹੋਪਫੁਲੀ ਫਲਰਿਸ਼ ਕਰੇਗਾ ਟਾਈਮ ਦੇ ਨਾਲ। ਸੋ ਅਰਵਿੰਦਰ ਜੀ, ਬਿਜ਼ਨਸ ਦੇ ਨਾਲ ਹੋਰ ਕੈਟਾਗਰੀਜ਼ ਵੀ ਆਉਂਦੀਆਂ ਨੇ ਕਿਉਂਕਿ ਹਰ ਪਾਸੇ ਧਿਆਨ ਦੇਣਾ ਪਏਗਾ ਅਮਰੀਕਨ ਐਮਬੈਸੀ ਨੂੰ। ਸੋ ਇੱਕ ਕੈਟਾਗਰੀ ਆਉਂਦੀ ਹੈ ਇਮੀਗ੍ਰੈਂਟਸ ਦੀ। ਸੋ ਜੋ ਇਮੀਗ੍ਰੇਸ਼ਨ ਦੇ ਵੀਜ਼ਾਸ ਨੇ ਉਹਨਾਂ ਦਾ ਕੀ ਸਟੇਟਸ ਹੈ, ਉਹ ਇਸ ਵਕਤ ਕੀ ਸੀਨ ਚੱਲ ਰਿਹਾ ਹੈ? ਮਾਰਚ ਵਿੱਚ ਕੋਈ ਇਹਨਾਂ ਨੇ ਬਹੁਤ ਘੱਟ ਐਪਲੀਕੇਸ਼ਨਸ ਜਿਹੜੀਆਂ ਉਹਨਾਂ ਦੇ ਇੰਟਰਵਿਊ ਸ਼ਡਿਊਲ ਕੀਤੀਆਂ, ਹਾਲਾਂਕਿ ਉਹਨਾਂ ਦੇ ਸ਼ਡਿਊਲ ਕੀਤਾ ਜਿਹੜਾ ਲਗਾਤਾਰ ਜਾਰੀ ਹੈ ਬਟ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਆਈਆਂ ਅਪਾਇੰਟਮੈਂਟਸ ਕੈਂਸਲ ਹੋ ਗਈਆਂ, ਜਿਨ੍ਹਾਂ ਦੀ ਨਵੀਆਂ NVC ਤੋਂ ਲਾਈਕ ਈਮੇਲਸ ਆ ਰਹੀਆਂ ਨੇ 60 ਦਿਨ ਵਾਲੀ ਬਟ ਅਪਾਇੰਟਮੈਂਟਸ ਨਹੀਂ ਆ ਰਹੀਆਂ। ਸੋ ਅਸੀਂ ਕੁਝ ਉਹਦੇ 'ਚ ਇੱਕ ਲਾਈਕ ਨਾਰਮਲ ਤਰੀਕੇ ਨਾਲ ਉਹਨਾਂ ਦੀਆਂ ਅਪਾਇੰਟਮੈਂਟ ਸ਼ਡਿਊਲ ਕਰ ਲੈਂਦੇ ਹਾਂ। ਸੋ ਇਹ ਇੱਕ ਚੀਜ਼ ਹੈਗੀ ਹੈ ਕਿ ਜਿਹਦੇ 'ਚ ਜਿਹੜੀ ਇਮੀਗ੍ਰੈਂਟਸ ਆ, ਅਗਰ ਤੁਸੀਂ ਬਹੁਤ ਸਮਾਂ ਵੇਟ ਕਰ ਰਹੇ ਹੋ
ਸੋ ਤੁਸੀਂ ਕਾਲ ਕਰਕੇ ਦੇਖੋ ਔਰ ਤੁਹਾਨੂੰ ਅਪਾਇੰਟਮੈਂਟਸ ਜਿਹੜੀਆਂ ਸ਼ਡਿਊਲ ਮਿਲ ਜਾਣਗੀਆਂ। ਸੋ ਉਹਦੇ ਵਿੱਚ ਕੋਈ ਲੰਮਾ ਚੌੜਾ ਕੰਮ ਨਹੀਂ ਹੈਗਾ। ਬੇਸਿਕਲੀ ਅਸੀਂ ਉਹਨੂੰ ਮੈਨੂਅਲੀ ਕਰਦੇ ਹਾਂ ਔਰ ਕੁਝ ਚੀਜ਼ਾਂ ਦਾ ਸਟੂਡੈਂਟਸ ਜਿਹੜੇ ਐਪਲੀਕੈਂਟਸ ਹਨ ਉਹਨੂੰ ਸਮਝਾ ਕੇ ਭੇਜਦੇ ਹਾਂ ਐਮਬੈਸੀ ਵਿੱਚ ਕੀ ਕਹਿਣਾ, ਕਿੱਦਾਂ ਗੱਲਬਾਤ ਕਰਨੀ ਐਂਡ ਦੇ ਆਰ ਗੈਟਿੰਗ ਥਰੂ। ਔਰ ਜਿਹੜੇ ਇਮੀਗ੍ਰੈਂਟਸ ਦੇ ਵੀਜ਼ਾਸ ਵੀ ਆ ਰਹੇ ਆ। ਸੋ ਨਾਰਮਲ ਤਰੀਕੇ ਨਾਲ ਇਹਨੂੰ ਜਿਹੜੀ ਐਮਬੈਸੀ ਨੇ ਹਾਲੇ ਕੈਪੈਸਿਟੀ ਦੇ ਉੱਪਰ ਆਉਂਦੇ ਹੁੰਦੇ 100% ਕੈਪੈਸਿਟੀ ਦੇ ਉੱਪਰ ਆਉਂਦੇ ਹੁੰਦੇ ਸਮਾਂ ਲੱਗੇਗਾ। ਔਰ ਇਸ ਮਹੀਨੇ ਦੇ ਵਿੱਚ ਵੀ ਜਿਹੜੀਆਂ ਮਾਰਚ ਦੇ ਵਿੱਚ ਵੀ ਅਪਾਇੰਟਮੈਂਟਸ ਦਿੱਤੀਆਂ ਬਹੁਤ ਥੋੜ੍ਹੀਆਂ ਦਿੱਤੀਆਂ ਉਹਨਾਂ ਨੇ। ਅਪ੍ਰੈਲ ਦੇ ਵਿੱਚ ਅਗੇਨ ਬਹੁਤ ਜ਼ਿਆਦਾ ਉਮੀਦ ਨਹੀਂ ਹੈਗੀ ਕਿ ਜ਼ਿਆਦਾ ਵੱਡੇ ਨੰਬਰਸ ਆਉਣਗੇ। ਸੋ ਜਿਹੜੇ ਐਪਲੀਕੈਂਟਸ ਦੀਆਂ ਤੁਹਾਡੇ ਕੋਲ ਤਰੀਕਾਂ ਨਹੀਂ ਆ ਰਹੀਆਂ ਸੋ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਉਹਦੇ ਵਿੱਚ ਅਸੀਂ ਅਸਿਸਟ ਕਰ ਸਕਦੇ ਹਾਂ ਤੁਹਾਨੂੰ। ਔਰ ਤੁਸੀਂ ਉਹਦੇ ਜਿਹੜੀਆਂ ਨਾਰਮਲ ਤਰੀਕੇ ਨਾਲ ਐਮਬੈਸੀ ਜਾਣਾ ਹੈ ਤੁਹਾਡੇ ਐਨਵੀਸੀ ਦੇ ਕੇਸ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ ਔਰ ਤੁਹਾਡੀਆਂ ਅਪਾਇੰਟਮੈਂਟਸ ਜਿਹੜੀਆਂ ਸ਼ਡਿਊਲ ਹੋ ਜਾਂਦੀਆਂ। ਬਿਕੋਜ਼ ਜਿਹੜਾ VFS ਹੈ ਉਹ ਅਲੱਗ ਹੈ। ਜਿਹੜੀ ਅਪਾਇੰਟਮੈਂਟ ਸ਼ਡਿਊਲ ਕਰਨ ਵਾਲੀ ਜਿਹੜੀ ਏਜੰਸੀ ਹੈ ਉਹ ਅਲੱਗ ਹੈ। ਜਿਹੜਾ ਐਨਵੀਸੀ ਤੋਂ ਵੰਸ ਕੇਸ ਕਲੋਜ਼ ਹੋ ਗਿਆ ਉਸ ਤੋਂ ਬਾਅਦ ਇਹ US ਐਮਬੈਸੀ ਨੂੰ ਆ ਜਾਂਦਾ ਹੈ। US ਐਮਬੈਸੀ ਦਾ ਕੰਮ ਹੈ ਮੁੜ ਕੇ ਤੁਹਾਨੂੰ ਲਾਈਕ ਇੰਟਰਵਿਊ ਕਰਨਾ ਹੈ ਔਰ ਇਹਦੇ ਵਿੱਚ ਜਿਹੜਾ ਪਹਿਲਾ ਕੰਮ ਹੈ ਉਹ VFS ਵਾਲਾ ਕੰਮ ਕਰਨਾ ਹੈ। ਸੋ VFS ਨੂੰ ਅਸੀਂ ਲਾਈਕ ਈਮੇਲਸ ਕਰਦੇ ਹਾਂ ਔਰ ਯੈਸ ਸਾਨੂੰ ਉੱਥੋਂ ਅਪਾਇੰਟਮੈਂਟਸ ਮਿਲ ਜਾਂਦੀਆਂ। ਸੋ ਜਿਹਦੇ ਨਾਲ ਸਾਰੇ ਐਪਲੀਕੈਂਟਸ ਦਾ ਫਾਇਦਾ ਵੀ ਰਹਿੰਦਾ ਹੈ। ਓਕੇ, ਮਤਲਬ ਇਹਦੇ ਵਿੱਚ ਵੀ ਸੌਰਟ ਆਊਟ ਹੋ ਸਕਦਾ ਹੈ ਸਾਰੇ ਯੈਸ ਇਸੇ ਤਰੀਕੇ ਨਾਲ ਹੀ ਹੈ। ਬਿਕੋਜ਼ 100% ਹਰ ਇੱਕ ਚੀਜ਼ ਲਾਈਕ ਜਿਸ ਤਰੀਕੇ ਨਾਲ ਸਿਸਟਮ ਪਹਿਲਾਂ ਸੀ ਉਸ ਤਰੀਕੇ ਨਾਲ ਨਹੀਂ ਹੈਗਾ। ਵੈਸੇ ਖੁਦ ਕਹਿ ਰਹੀ ਹੈ ਕਿ 100% ਵਰਕਿੰਗ ਸਾਡੀ ਉਸ ਤਰੀਕੇ ਨਾਲ ਨਹੀਂ ਹੈਗੀਆਂ। ਸੋ ਅਸੀਂ ਮੈਨੂਅਲੀ ਸ਼ਡਿਊਲ ਕਰ ਲੈਂਦੇ ਹਾਂ। ਸੋ ਉਹਦੇ ਵਿੱਚ ਐਪਲੀਕੈਂਟ ਥੋੜਾ ਬਹੁਤ ਜਾ ਕੇ VFS ਗੱਲਬਾਤ ਕਰਦੇ ਨੇ ਔਰ ਯੈਸ ਉਹਨਾਂ ਦਾ ਸ਼ਡਿਊਲ ਨਾਰਮਲ ਨਿਕਲ ਜਾਂਦਾ ਹੈ। ਓਕੇ, ਸੋ ਹੁਣ ਕੈਟਾਗਰੀ ਆਉਂਦੀ ਹੈ ਟੂਰਿਸਟ ਵੀਜ਼ਾ ਦੇ, ਕਿਉਂਕਿ ਜੋ ਮੇਰੇ ਦਰਸ਼ਕ ਟੂਰਿਸਟ ਵੀਜ਼ਾ ਵਿੱਚ ਇੰਟਰਸਟਿਡ ਨੇ ਨਾਰਾਜ਼ ਹੋ ਜਾਣਗੇ ਜੇ ਮੈਂ ਉਹਨਾਂ ਦੀ ਗੱਲ ਨਾ ਕੀਤੀ। ਸੋ ਖਾਸ ਤੌਰ ਤੇ ਜਾਣਨਾ ਚਾਹੁੰਦੇ ਨੇ ਕਿਉਂਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਮਰ ਬੈਸਟ ਸੀਜ਼ਨ ਹੁੰਦਾ ਕਿ ਤੁਸੀਂ ਬਾਹਰ ਜਾਓ, ਉੱਥੇ ਆਈਸ ਪਿਘਲ ਚੁੱਕੀ ਹੈ, ਬਿਲਕੁਲ ਓਪਨ ਹੋ ਚੁੱਕਾ, ਤੁਸੀਂ ਜਾ ਕੇ ਸੈਰ ਸਪਾਟਾ ਕਰ ਸਕਦੇ, ਤੁਹਾਨੂੰ ਅੰਦਰ ਲੁੱਕ ਕੇ ਬੈਠਣ ਦੀ ਕੋਈ ਲੋੜ ਨਹੀਂ, ਠੰਡ ਨਹੀਂ ਲੱਗੂਗੀ। ਸਿੱਧੀ ਭਾਸ਼ਾ 'ਚ ਆਪਾਂ ਗੱਲ ਕਰੀਏ ਸੋ ਟੂਰਿਸਟ ਵੀਜ਼ਾ ਦਾ ਕੀ ਸਟੇਟਸ ਹੈ, ਕਿਉਂਕਿ ਲੋਕ ਹਮੇਸ਼ਾ ਚਾਹੁੰਦੇ ਨੇ ਛੁੱਟੀਆਂ ਦਾ ਸਮਾਂ ਹੈ। ਟੂਰਿਜ਼ਮ ਹਾਲੇ ਬਹੁਤ ਜ਼ਿਆਦਾ ਫਲਰਿਸ਼ ਨਹੀਂ ਹੋਏਗਾ ਹਾਲੇ ਬਿਕੋਜ਼ ਜਿਸ ਤਰੀਕੇ ਨਾਲ ਇਟ ਵਾਸ ਐਕਸਪੈਕਟਡ ਕਿ ਅਗਰ ਉਹਨਾਂ ਨੇ ਸਮਰ ਨੂੰ ਕੈਚ ਕਰਨਾ ਹੈ ਤਾਂ ਯੈਸ ਦੈਨ ਅਪ੍ਰੈਲ ਇਜ਼ ਦਾ ਟਾਈਮ। ਸੋ ਹਾਲਾਂਕਿ ਇਹ ਓਫੀਸ਼ੀਅਲ ਨਹੀਂ ਹੈਗਾ। ਸੋ ਕਿਸੇ ਨਿਊਜ਼ ਚੈਨਲ ਦੇ ਪੱਤਰਕਾਰ ਨੇ ਕਿਸੇ ਲਾਈਕ ਅੰਬੈਸੀ ਦੇ ਨਾਲ ਗੱਲਬਾਤ ਕੀਤੀ ਹੈ ਐਂਡ ਅੰਬੈਸੀ ਨੇ ਵੀ ਅਫੀਸ਼ੀਅਲੀ ਅਨਾਉਂਸ ਨਹੀਂ ਕੀਤਾ। ਉਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਅਸੀਂ ਲਾਈਕ ਜਿਹੜਾ US ਦਾ ਟਰੈਵਲਿੰਗ ਹੈ ਉਹ ਨਵੇਂ ਵਿਜ਼ਟਰਸ ਲਈ ਸੈਪਟੰਬਰ ਤੋਂ ਓਪਨ ਕਰਨ ਜਾ ਰਹੇ ਹਾਂ। ਓਕੇ, ਸੋ ਨਵਿਆਂ ਦੀ ਅਗਰ ਟਰੈਵਲਿੰਗ ਸੈਪਟੰਬਰ ਤੋਂ ਓਪਨ ਅਪ ਹੋ ਜਾ ਰਹੀ ਹੈ ਤਾਂ ਦੈਨ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਜੁਲਾਈ ਅਗਸਤ ਉਹ ਸਮਾਂ ਆ ਜਿਹਦੇ ਵਿੱਚ ਐਪਲੀਕੇਸ਼ਨਸ ਦਾ ਸਮਾਂ ਰਹੂਗਾ। ਸੋ ਜੁਲਾਈ ਅਗਸਤ ਦੇ ਵਿੱਚ ਐਪਲੀਕੇਸ਼ਨਸ ਜਾਣਗੀਆਂ ਔਰ ਸੈਪਟੰਬਰ ਤੱਕ ਸਟੂਡੈਂਟ ਜਿਹੜੇ ਐਪਲੀਕੈਂਟਸ ਆ ਜਿਹੜੇ ਵਿਜ਼ਟਰਸ ਆ ਉਹ US ਦਾ ਰੁੱਖ ਕਰ ਪਾਉਣਗੇ। ਔਰ ਜਿੱਦਾਂ ਅਸੀਂ ਉਮੀਦ ਕਰ ਰਹੇ ਸੀਗੇ ਕਿ ਅਪ੍ਰੈਲ ਦੇ ਵਿੱਚ ਸਾਨੂੰ ਕੁਝ ਅਪਾਰਟਮੈਂਟਸ ਬਹੁਤ ਕੁਇਕਲੀ ਮਿਲਣ ਪਣਗੇ ਔਰ ਜਦੋਂ ਮੈਂ ਵੇਖਦਾ ਕਈ ਵਾਰੀ ਸ਼ੋਅ ਦੇ ਥੱਲੇ ਸਭ ਤੋਂ ਵੱਧ ਜਿਹੜੇ ਕਮੈਂਟਸ ਆ ਉਹ ਕੱਲੀਆਂ ਅਪਾਇੰਟਮੈਂਟਸ ਬਾਰੇ ਹੁੰਦੇ B1 B2 ਦੀਆਂ ਅਪਾਇੰਟਮੈਂਟਸ ਦੱਸੋ। ਸੋ B1 B2 ਦੇ ਉੱਪਰ ਕਲੈਰਿਟੀ ਹੈ ਔਰ ਹਾਲਾਂਕਿ ਇਟ ਇਜ਼ ਨਾਟ ਅਫੀਸ਼ੀਅਲ ਬਟ ਸਟਿਲ ਜੁਲਾਈ ਅਗਸਤ ਤੋਂ ਪਹਿਲਾਂ ਬਹੁਤ ਜ਼ਿਆਦਾ ਕੁਝ ਸੁਣਨ ਨੂੰ ਨਹੀਂ ਮਿਲੇਗਾ। ਸੋ ਗਾਇਜ਼ ਯੂ ਨੀਡ ਟੂ ਵੇਟ। ਸੋ ਆਪਣੀਆਂ ਐਪਲੀਕੇਸ਼ਨਸ ਤਦ ਤੱਕ ਲਈ ਤੁਹਾਡੀਆਂ ਹੋਲਡ ਤੇ ਰਹਿਣਗੀਆਂ ਔਰ ਅੰਬੈਸੀ ਦੀਆਂ ਫੀਸਾਂ ਜਿਹੜੀਆਂ ਸੀ ਅਗਰ ਕਿਸੇ ਨੇ ਪੇ ਕੀਤੀਆਂ ਹੋਈਆਂ ਪਹਿਲਾਂ ਉਹ 1 ਸਾਲ ਲਈ ਸਿਰਫ ਵੈਲਿਡ ਹੁੰਦੀ ਸੀ, ਉਹਦਾ ਲਾਈਕ ਮਿਆਦ ਵਧਾ ਦਿੱਤੀ ਉਹਨਾਂ ਨੇ ਕਿ ਅਗਰ ਤੁਸੀਂ 1 ਸਾਲ ਦੇ ਵਿੱਚ ਯੂਜ਼ ਨਹੀਂ ਕੀਤੀਆਂ ਸੋ ਕੋਵਿਡ ਵਾਲਾ ਸਮੇਂ ਉਹ ਲਾਈਕ ਜਿਹੜੀ ਤੁਹਾਡੀ ਪੁਰਾਣੀ ਐਪਲੀਕੇਸ਼ਨ ਫੀ ਪੇ ਕੀਤੀ ਪਈ ਹੈ $160 ਜਿਹੜੇ ਤੁਸੀਂ ਐਕਸਿਸ ਬੈਂਕ ਜਾ ਕੇ ਪੇ ਕਰਦੇ ਹੋ ਸੋ ਉਹ ਵੈਲਿਡ ਰਹਿਣਗੀਆਂ। ਸੋ ਟੂਰਿਜ਼ਮ ਬਹੁਤ ਜ਼ਿਆਦਾ ਨਹੀਂ ਹੋਏਗਾ ਬਟ ਸਟੂਡੈਂਟਸ ਬਹੁਤ ਕੁਇਕਲੀ ਮੂਵ ਕਰਨਗੇ, ਇਮੀਗ੍ਰੈਂਟਸ ਬਹੁਤ ਕੁਇਕਲੀ ਮੂਵ ਕਰਨਗੇ। ਸੋ ਬਾਕੀ ਕੈਟਾਗਰੀਜ਼ ਦੇ ਵਿੱਚ ਤਕਰੀਬਨ US ਦਾ ਜ਼ੋਰ ਰਹੇਗਾ ਬਟ ਜਿਹੜੇ ਟੂਰਿਸਟ ਆ ਉਹਨਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ। ਸੋ ਅਗਰ ਤੁਹਾਡੇ ਵੀਜ਼ਾ ਵੇਵਰ ਵਾਲੀਆਂ ਐਪਲੀਕੇਸ਼ਨਸ ਨੇ ਜਾਂ ਤੁਹਾਡੇ ਕੋਲ ਪ੍ਰੀਵੀਅਸ ਵੀਜ਼ਾਸ ਐਕਸਪਾਇਰਡ ਨੇ ਸੋ ਉਹ ਐਪਲੀਕੇਸ਼ਨ ਤੁਸੀਂ ਮੂਵ ਕਰ ਸਕਦੇ ਹੋ। ਉਹਨਾਂ ਦਾ ਸਮਾਂ ਹੈਗਾ ਕਿ ਉਹਦੇ ਵਿੱਚ ਤੁਹਾਨੂੰ ਲਾਈਕ ਕੋਈ ਡਿਲੇ ਨਹੀਂ ਹੈ। ਸੋ ਉਹਦੇ ਵਿੱਚ ਵੀ ਅਗਰ ਤੁਹਾਡੀ ਐਨੋਟੇਸ਼ਨ ਅਗਰ ਨਹੀਂ ਕੋਈ ਲਿਖੀ ਪਈ ਕਿ ਤੁਹਾਨੂੰ ਕੋਈ ਐਡੀਸ਼ਨਲ ਰਿਮਾਰਕਸ ਨਹੀਂ ਦਿੱਤੇ ਹੋਏ ਸੋ ਜਿਹੜੇ ਸਟ੍ਰੇਟ ਵੀਜ਼ਾਸ ਨੇ ਉਹ ਹੀ ਇਕੱਲੇ ਇਸ਼ੂ ਹੋ ਰਹੇ ਨੇ। ਸੋ ਅਗਰ ਕਿਸੇ ਨੇ ਕਿਸੇ ਉੱਪਰ ਕੋਈ ਐਨੋਟੇਸ਼ਨ ਇਸ਼ੂਡ ਨੇ ਸੋ ਉਹਨਾਂ ਕੇਸਿਸ ਦੇ ਵਿੱਚ ਵੀ ਜਿਹੜੇ ਵੀਜ਼ਾ ਵੇਵਰ ਦੇ ਵਿੱਚ ਉਹਨਾਂ ਦੀ ਐਲੀਜੀਬਿਲਟੀ ਨਹੀਂ ਆਉਂਦੀ। ਸੋ ਅੱਜ ਦੇ ਐਪੀਸੋਡ ਦੇ ਵਿੱਚ ਸਿਰਫ ਇੰਨਾ ਹੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਬਹੁਤ ਕੁਝ ਜਾਣਨਾ ਚਾਹੁੰਦੇ ਹੋ ਪਰ ਉਹਦੇ ਵਾਸਤੇ ਤੁਹਾਨੂੰ ਸਾਡੇ ਇਨਬਾਕਸ ਦੇ ਵਿੱਚ ਆਪਣੀਆਂ ਕੁਐਰੀਜ਼ ਆਪਣੇ ਸਵਾਲ ਭੇਜਣੇ ਪੈਣਗੇ। ਸੋ ਰਵਿੰਦਰ ਜੀ ਥੈਂਕ ਯੂ ਸੋ ਮਚ। ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਤੁਹਾਡੀ ਜਿੰਨੀ ਵੀ ਕੁਐਰੀਜ਼ ਹੈ ਤੁਸੀਂ ਜ਼ਰੂਰ ਸਾਨੂੰ ਲਿਖਿਆ ਕਰੋ, ਇਸ ਚੈਨਲ ਦੇ ਥੱਲੇ ਜ਼ਰੂਰ ਆਪਣਾ ਮੈਸੇਜ ਪਾਇਆ ਕਰੋ ਔਰ ਅਸੀਂ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ ਜਿੰਨੇ ਤੁਹਾਡੇ ਸਵਾਲ ਨੇ ਉਹਨਾਂ ਨੂੰ ਅਸੀਂ ਇਸ ਇੰਟਰਵਿਊ ਦਾ ਹਿੱਸਾ ਬਣਾਈਏ। ਬਿਕੋਜ਼ ਸਾਡਾ ਇਸ ਚੈਨਲ ਦਾ ਸਭ ਦਾ ਮੋਟਿਵ ਇੱਕ ਬਹੁਤ ਸਾਫ਼ ਮੋਟਿਵ ਹੈ ਕਿ ਜਾਣਕਾਰੀਆਂ ਦਾ ਤੁਹਾਡੇ ਕੋਲ ਕੋਈ ਥੋੜ ਨਾ ਹੋਵੇ, ਸੋ ਜਾਣਕਾਰੀਆਂ ਦਾ ਅਭਾਵ ਨਾ ਹੋਵੇ। ਸੋ ਜਾਣਕਾਰੀ ਜਿੰਨੀ ਵੱਧ ਤੋਂ ਵੱਧ ਤੁਹਾਡੇ ਤੱਕ ਪਹੁੰਚਦੀ ਹੋ ਸਕੇ, ਲੀਗਲਾਈਜ਼ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ
ਔਰ ਇਹੀ ਇੱਕ ਫਾਈਨਲ ਮੋਟਿਵ ਹੈ ਸਾਡਾ ਸਭ ਦਾ। ਸੋ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਇਸ ਇਹਦੇ ਵਿੱਚ ਮੈਸੇजेस ਵਿੱਚ ਜ਼ਰੂਰ ਟਾਈਪ ਕਰਿਆ ਕਰੋ, ਔਰ ਉਹਨਾਂ ਸਵਾਲਾਂ ਨੂੰ ਅਸੀਂ ਅਗਲੇ ਸ਼ੋਅ ਦਾ ਹਿੱਸਾ ਜ਼ਰੂਰ ਬਣਾਇਆ ਕਰਾਂਗੇ। ਸੋ ਅਰਵਿੰਦਰ ਜੀ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਆਲ ਦ ਬੈਸਟ। ਬਹੁਤ ਸ਼ੁਕਰੀਆ ਸੰਜੀਵ ਜੀ। ਸੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਹਮੇਸ਼ਾ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਹੋ। ਇਸੇ ਤਰ੍ਹਾਂ ਹੀ ਜਾਣਕਾਰੀ ਲੈਂਦੇ ਰਹੋ ਤੇ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰੋ ਔਰ ਹਮੇਸ਼ਾ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਲਵੋ। ਬਹੁਤ-ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।